ਅਸੀਂ ਬੇਟਾ ਪਹਿਲੇ ਪਾਰਟ ਵਿੱਚ ਜਿਹੜਾ ਸੀ ਮੋਹਨ ਭੰਡਾਰੀ ਬਾਰੇ ਪੜ੍ਹ ਚੁੱਕੇ ਹਾਂ। ਹੁਣ ਅਸੀਂ ਇਸ ਕਹਾਣੀ ਦਾ ਪਾਰਟ 8 ਬਾਕੀ ਸੁਖਸਾਨ ਦਾ ਜਿਹੜੀ ਹਰ ਕੌਰ ਸੀ ਜਾਗਰ ਦੀ ਮਾਂ ਸੀ ਉਸ ਦਾ ਅਸੀਂ ਕੰਟੀਨਿਊ ਕਰਾਂਗੇ। ਹੁਣ ਦੇਖੋ ਇੱਥੋਂ ਸ਼ੁਰੂ ਕਰਨ ਲੱਗਿਆ ਬੇਟਾ ਅਸੀਂ ਸੁਣੋ। ਅੱਜ ਪਰਸੋਂ ਦੀ ਗੱਲ ਹੈ ਕਿ ਜਾਗਰ ਫੌਜੀ ਦੀ ਮਾਂ ਹਰ ਕੌਰ ਉਸ ਕੋਲੋਂ ਚਿੱਠੀ ਲਿਖਵਾਉਣ ਆਏ ਅਤੇ ਘਰ ਲਿਜਾਣ ਲਈ ਆਏ ਤਾਂ ਮੋਹਨ ਨੇ ਟਾਲ ਮਟੋਲ ਕਰ ਦਿੱਤਾ। ਪਰ ਜਦੋਂ ਉਸ ਬਜ਼ੁਰਗ ਔਰਤ ਦੀਆਂ ਅੱਖਾਂ ਭਰ ਆਈਆਂ ਤਾਂ ਮੋਹਨ ਉਹਦੇ ਪਿੱਛੇ ਪਿੱਛੇ ਤੁਰ ਪਿਆ। ਮੋਹਨ ਦੀ ਆਓ ਭਗਤ ਕਰਨੀ। ਜਾਗਰ ਦੀ ਮਾਂ ਨੇ ਮੋਹਨ ਨੂੰ ਆਪਣੇ ਘਰ ਲੈ ਜਾ ਕੇ ਕਾੜਨੀ 'ਚੋਂ ਦੁੱਧ ਦਾ ਗਲਾਸ ਭਰ ਕੇ ਪੀਣ ਨੂੰ ਦਿੱਤਾ। ਉਸਨੇ ਨਾਂਹ ਨੁੱਕਰ ਵੀ ਕੀਤੀ ਪਰ ਉਸਨੇ ਉਸ ਨੂੰ ਕਿਹਾ ਕਿ ਘਰ 2 ਲਵੇਰੀਆਂ ਖੜੀਆਂ ਹਨ, ਅਸੀਂ ਕਿਹੜਾ ਕਿਤੇ ਮੁੱਲ ਲੈਣਾ ਹੈ, ਜੇਕਰ ਵੇਲੇ ਕਵੇਲੇ ਲੋੜ ਪਵੇ ਤਾਂ ਲੈ ਜਾਈਂ, ਪਰ ਜਰਾ ਚਿੱਠੀ ਦੇ ਬੋਲ ਚੰਗੇ ਲਿਖੀ ਕਿ ਕਾਸੀ ਦੀ ਥਾਲੀ ਰੱਖ ਕੇ ਪੋਸਟ ਕਾਰਡ ਮੈਨੂੰ ਫੜਾ ਦਿੱਤਾ। ਫਿਰ ਉਹ ਦੁੱਧ ਪੀਣ ਲਈ ਕਿਹਾ। ਜਦੋਂ ਦੁੱਧ ਪੀਤਾ ਤਾਂ ਬਹੁਤ ਗਰਮ। ਬੁੱਢੀ ਔਰਤ ਨੇ ਦੁੱਧ ਫੈਂਟ ਕੇ ਠੰਡਾ ਕਰ ਦਿੱਤਾ। ਕਹਿੰਦਾ ਮੈਂ ਨਾਂ ਲਿਖ ਕਰਦਾ ਵੀ ਉਹਦੇ ਪਿੱਛੇ ਪਿੱਛੇ ਬਾਅਦ 'ਚੋਂ ਚੱਲ ਗਿਆ ਅਤੇ ਬਾਅਦ 'ਚੋਂ ਘਰ ਜਾ ਕੇ ਉਸ ਦੀ ਮੈਂ ਚਿੱਠੀ ਜਦੋਂ ਲਿਖਣਾ ਸ਼ੁਰੂ ਕੀਤਾ ਤਾਂ ਕਹਿੰਦਾ ਉਸਨੇ ਕਾਂਸੀ ਦੀ ਥਾਲੀ ਮੈਨੂੰ ਦੇ ਦਿੱਤੀ ਅਤੇ ਨਾਲ ਉਸ ਤੋਂ ਪਹਿਲਾਂ ਉਸਨੇ ਦੁੱਧ ਗਰਮ ਕਰਕੇ ਦਿੱਤਾ। ਦੁੱਧ ਥੋੜ੍ਹਾ ਗਰਮ ਸੀ ਪਰ ਲੇਕਿਨ ਬਾਅਦ ਵਿੱਚ ਉਸਨੇ ਠੰਡਾ ਕਰਕੇ ਮੈਨੂੰ ਦੁੱਧ ਦੇ ਦਿੱਤਾ। ਹਰ ਕੌਰ ਦੇ ਦੁੱਖ ਹੁਣ ਜਿਹੜੇ ਉਸ ਔਰਤ ਨੂੰ ਕੀ ਦੁੱਖ ਸਨ ਸੁਣ ਲਓ। ਉਹ ਉਸ ਨੂੰ ਹੌਕੇ ਭਰ ਕੇ ਕਹਿੰਦੀ ਹੈ, ਪੁੱਤ ਮੋਹਣਿਆ ਜਰਾ ਚੰਗੀ ਤਰ੍ਹਾਂ ਲਿਖੀ ਚਿੱਠੀ ਜਿਸ ਨੂੰ ਪੜ੍ਹ ਕੇ ਮੁੰਡਾ ਫੌਜ 'ਚੋਂ ਨਾ ਕਟਵਾ ਕੇ ਆਵੇ। ਅਸੀਂ ਬਹੁਤ ਦੁਖੀ ਹਾਂ ਪੁੱਤ, ਇਹ ਕਹਿ ਕੇ ਉਸ ਦੀਆਂ ਅੱਖਾਂ ਭਰ ਆਈਆਂ। ਇਸ ਤੋਂ ਇਲਾਵਾ ਘਰ ਦੇ ਅੰਦਰੋਂ ਥੰਮਲੇ ਓਲਿਓਂ ਹਰ ਕੌਰ ਦੀ ਨੂੰਹ ਨੂੰ ਕਰਤਾਰੋਂ ਹਾਏ ਹਾਏ ਦੀ ਆਵਾਜ਼ ਸੁਣੀ। ਜਿਸ ਨੇ ਪਰਸੋਂ ਪੁੱਤ ਨੂੰ ਜਨਮ ਦਿੱਤਾ ਉਹ ਮਰ ਗਿਆ, ਅੰਦਰ ਮੰਜੇ 'ਤੇ ਤੜਫ ਰਹੀ ਸੀ। ਇੱਕ ਤਾਂ ਉਸਨੇ ਇਹ ਜਿਹੜਾ ਦੁੱਖ ਦੀ ਘਟਨਾ ਜਿਹੜੀ ਸੀ ਉਸਨੇ ਇਹ ਗੱਲ ਸੁਣਾਈ। ਦੂਸਰਾ, ਮੋਹਨ ਵੱਲੋਂ ਲਿਖੀ ਗਈ ਰਾਜੀ ਖੁਸ਼ੀ ਅਤੇ ਉਹਦੀ ਰਾਜੀ ਖੁਸ਼ੀ ਪੁੱਛੀ ਤਾਂ ਔਰਤ ਨੇ ਪੁੱਤ ਨੂੰ ਲਿਖਵਾਉਣਾ ਸ਼ੁਰੂ ਕੀਤਾ ਕਿ ਉਸਦਾ ਬਾਪੂ 5ਵੀਂ ਤਰੀਕ ਭੁਗਤ ਕੇ ਆਇਆ ਅਤੇ 15 ਦੀ ਫਿਰ ਪੇਛੀ ਹੈ। ਫਿਰ ਉਸਨੇ ਕਿਹਾ ਕਿ ਦੀਪੋ ਦੇ ਪ੍ਰਾਹੁਣੇ ਦਾ ਅਜੇ ਕੋਈ ਪਤਾ ਨਹੀਂ ਕਿੱਥੇ ਗਿਆ ਹੈ, ਉਸ ਦਾ ਬਹੁਤਾ ਪਤਾ ਲੱਭੇ। ਬੁਰੀ ਮੱਝ ਵੀ ਐਤਕੀ ਤੂੰ ਗਈ ਹੈ, ਨਾਜੇ ਉਸ ਦੀ ਪੂੰਛ ਨੂੰ ਬਾਹਮਣੀ ਲੱਗ ਗਈ ਹੈ, ਪਰ ਹੁਣ ਠੀਕ ਹੈ, ਪੂੰਛ ਵੱਢ ਕੇ ਉਸ ਦੀ ਕਦਰ ਹੀ ਅੱਧੀ ਹੋ ਗਈ ਹੈ। ਯਾਨੀ ਇੱਕ ਦੇ ਉਹਦੀ ਨੂੰਹ ਦੇ ਘਰ ਪੁੱਤਰ ਹੋਇਆ ਸੀ, ਠੀਕ ਹੈ, ਉਹਦਾ ਪੁੱਤਰ ਯਾਨੀ ਜਾਗਰ ਦਾ ਪੁੱਤਰ ਉਹ ਮਰ ਗਿਆ। ਇਹਦੀ ਜਿਹੜੀ ਧੀ ਸੀ ਦੀਪੂ ਉਹ ਵੀ ਘਰ ਬੈਠੀ ਹੋਈ ਸੀ, ਉਹਦਾ ਘਰ ਵਾਲਾ ਗੁੰਮ ਸੀ। ਕਹਿੰਦੇ ਇੱਕ ਉਹਦੇ ਘਰ ਜਿਹੜੀ ਸੀ ਬੂਰੀ ਮੱਝ ਰੱਖੀ ਸੀ ਉਹਨੂੰ ਬਾਹਮਣੀ ਲੱਗ ਗਈ, ਉਹਦੀ ਪੂਛ ਕੱਟਣੀ ਪਈ ਇਹਨਾਂ ਨੂੰ। ਅਤੇ ਪਿਓ ਦਾ ਜਿਹੜਾ ਸੀ ਕੋਰਟ ਕਚਹਿਰੀਆਂ ਦੇ ਚੱਕਰਾਂ ਵਿੱਚ ਘੁੰਮਦਾ ਆ, ਬੇਟਾ ਤੂੰ ਜਲਦੀ ਤੋਂ ਜਲਦੀ ਫੌਜ 'ਚੋਂ ਨਾ ਕਟਵਾ ਕੇ ਘਰ ਆ ਜਾ। ਉਹ ਬੋਲਦੀ ਗਈ, ਨਾਰੇ ਬੋਲਦਾ ਮੁੰਡਾ ਮਤਾੜਿਆ ਗਿਆ। ਉਹਨੇ ਬਾਰੂ ਨੂੰ ਇਸ ਲਈ ਵੇਚਿਆ ਕਿਉਂਕਿ ਉਹਨਾਂ ਦੇ ਜ਼ਮੀਨ ਦਾ ਮਾਮਲਾ ਦੇਣਾ ਸੀ। ਇਸ ਸਾਲ ਹੜ੍ਹ ਆ ਜਾਣ ਕਾਰਨ ਖੇਤਾਂ ਵਿੱਚ ਗੋਡੇ ਗੋਡੇ ਪਾਣੀ ਖੜਾ ਹੈ। ਮੋਹਨ ਦੇ ਪੁੱਛਣ 'ਤੇ ਬਾਰੂ ਕੌਣ ਹੈ ਤਾਂ ਬੁੱਢੀ ਦੱਸਦੀ ਹੈ ਕਿ ਗਾਂ ਦਾ ਵੱਛਾ ਸੀ, ਉਸ ਦਾ ਪੁੱਤ ਉਸ ਨੂੰ ਵੇਚਣਾ ਨਹੀਂ ਸੀ ਦਿੰਦਾ। ਬੁੱਢੀ ਯਾਦ ਕਰਦੀ ਹੈ ਕਿ ਮੇਲੇ ਵਿੱਚ ਉਸ ਦੀ ਘੁੰਗਰਾਲਾਂ ਅਤੇ ਨੱਥਾਂ ਜੋ ਉਸਨੇ ਬਹੂ ਦੇ ਸੰਦੂਕ ਵਿੱਚ ਜਿਉਂ ਦੀਆਂ ਤਿਉਂ ਰੱਖੀਆਂ ਹੋਈਆਂ ਸਨ। ਤੇਰੇ ਚਾਚੇ ਨੇ ਟੁੱਕ ਦੀ ਬੁਰਕੀ ਨਹੀਂ ਖਾਧੀ, ਥੰਮਲੇ ਨਾਲ ਲੱਗ ਕੇ ਬੈਠ ਰਿਹਾ, ਸਾਰਾ ਦਿਨ ਨੀਵੀਂ ਪਾ ਰੱਖੀ। ਕਹਿੰਦੇ ਅਸੀਂ ਉਸ ਬਾਰੂ ਨੂੰ ਵੇਚਣਾ ਤਾਂ ਨਹੀਂ ਚਾਹੁੰਦੇ ਸੀ, ਕਹਿੰਦਾ ਉਸ ਦੀਆਂ ਘੁੰਗਰਾਲਾਂ ਅਤੇ ਨੱਥਾਂ ਹਜੇ ਵੀ ਉੱਦੀਆਂ ਪਈਆਂ ਨੇ, ਪਰ ਕਹਿੰਦਾ ਜਦੋਂ ਉਸ ਨੂੰ ਵੇਚ ਦਿੱਤਾ ਤੇਰੇ ਚਾਚੇ ਨੇ ਇੱਕ ਬੁਰਕੀ ਟੁੱਕ ਨਾ ਖਾਧੀ, ਸਾਰਾ ਦਿਨ ਨੀਵੀਂ ਪਾਈ ਰੱਖੀ। ਕਹਿੰਦਾ ਪੁੱਤ ਅਸੀਂ ਵੀ ਮਜਬੂਰ ਸੀ, ਇੱਕ ਤਾਂ ਕਹਿੰਦੇ ਬਹੁਤ ਜ਼ਿਆਦਾ ਮੀਂਹ ਕਾਰਨ ਕਰਕੇ ਫਸਲ ਜਿਹੜੀ ਬਰਬਾਦ ਹੋ ਗਈ, ਗੋਡੇ ਗੋਡੇ ਪਾਣੀ ਖੜਿਆ ਅਤੇ ਨਾਲ ਜ਼ਮੀਨ ਦਾ ਮਾਮਲਾ ਵੀ ਚੱਲ ਰਿਹਾ ਹੈ। ਹੋਰ ਉਸਨੇ ਲਿਖਵਾਉਂਦਿਆਂ ਕਰਤਾਰੋ ਦੇ ਘਰ ਕਾਕਾ ਹੋ ਕੇ ਗੁਜ਼ਰ ਗਿਆ। ਕਰਤਾਰੋ ਮੰਜੇ 'ਤੇ ਮਰਨ ਵਾਲੀ ਪਈ ਹੈ, ਜਲਦੀ ਤੋਂ ਜਲਦੀ ਸਾਹਿਬ ਨੂੰ ਕਹਿ ਕੇ ਨਾ ਕਟਵਾ ਕੇ ਆ ਜਾਵੇ, ਚਿੱਠੀ ਨੂੰ ਤਾਰ ਸਮਝੇ। ਫਿਰ ਬੁੱਢੀ ਆਪਣੇ ਗੁਜ਼ਰੇ ਹੋਏ ਪੋਤੇ ਨੂੰ ਯਾਦ ਕਰਦੀ, ਗੋਲ ਮਟੋਲ ਤਿੱਖਾ ਨੱਕ, ਚੌੜਾ ਮੱਥਾ, ਭਰਵਾਂ ਚਿਹਰਾ, ਇਨ ਬਿਨ ਬਾਪ 'ਤੇ ਗਿਆ ਹੈ। ਕਹਿੰਦੀ ਮੈਂ ਦੀਵੇ ਦੇ ਚਾਨਣ ਤੋਂ ਦੇਖਿਆ ਤਾਂ ਮੈਨੂੰ ਲੱਗੇ ਜਿਵੇਂ ਮੇਰਾ ਪੁੱਤ ਫੌਜ 'ਚੋਂ ਛੁੱਟੀ ਲੈ ਕੇ ਆ ਗਿਆ ਹੋਵੇ। ਉਹ ਆਪਣੇ ਜਿਹੜਾ ਪੋਤਰਾ ਹੋਇਆ ਸੀ ਜਿਹੜਾ ਮਰ ਗਿਆ ਸੀ ਉਹਦੀ ਸ਼ਕਲ ਬਾਰੇ ਥੋੜ੍ਹਾ ਜਿਹਾ ਦੱਸਦੀ ਹੈ। ਮੋਹਨ ਉਸ ਨੂੰ ਦਿਲਾਂਦਾ ਦਿੰਦਾ ਹੋਇਆ ਕਹਿੰਦਾ ਕਿ ਭਾਬੀ ਦੀ ਉਮਰ ਲੰਬੀ ਹੋਣੀ ਚਾਹੀਦੀ ਹੈ, ਚਾਚੀ ਤੂੰ ਇਹਦਾ ਇਲਾਜ ਕਰਵਾ ਧਿਆਨ ਨਾਲ, ਨਾਲੇ ਜਿਉਂਦਾ ਰਹੇ ਸਾਡਾ ਭਾਈ। ਫਿਰ ਬੁੱਢੀ ਨੇ ਖੱਦਰ ਦੇ ਪਰਨੇ ਨਾਲ ਅੱਖਾਂ ਪੂੰਝਦਿਆਂ ਪੁੱਛਿਆ, ਲਿਖਤਾ ਪੁੱਤ ਸਭ ਕੁਛ? ਮੋਹਨ ਨੇ ਹਾਂ ਵਿੱਚ ਜਵਾਬ ਦਿੰਦਿਆਂ ਉਸਨੇ ਕਿਹਾ ਇੱਕ ਵਾਰੀ ਸਾਰੀ ਚਿੱਠੀ ਦੇਖ ਕੇ ਉਸ ਨੂੰ ਸੁਣਾ ਦੇਵੇ।
ਉਸਨੇ ਸਾਰੀ ਚਿੱਠੀ ਸੁਣਾ ਕੇ ਐਡਰੈਸ ਲਿਖ ਕੇ ਪੁੱਛਿਆ, ਬਸ ਚਾਚੀ? ਉਸਨੇ ਕਿਹਾ, ਬਸ ਪੁੱਤ, ਲਿਖ ਦੇ, ਬਾਕੀ ਸਭ ਸੁੱਖ ਸਾਂਦ ਆ। ਬੁੱਢੀ ਦੀ ਗੱਲ ਸੁਣ ਕੇ ਮੇਰੇ ਹੱਥੋਂ ਕਲਮ ਡਿੱਗੀ। ਯਾਨੀ ਕਿ ਇਸ ਬਾਕੀ ਸਭ ਸੁੱਖ ਸਾਂਦ ਆ ਕਿ ਇੰਨੀਆਂ ਦੁੱਖ ਤਕਲੀਫਾਂ ਹੋਣ ਦੇ ਬਾਵਜੂਦ ਵੀ ਬੁੱਢੀ ਦੇ ਮੂੰਹੋਂ ਆਪਣੇ ਪੁੱਤਰ ਵਾਸਤੇ ਉਹ ਨਿਕਲਿਆ, ਪੁੱਤਰਾ ਫਿਰ ਵੀ ਚਿੰਤਾ ਨਾ ਕਰੀ, ਬਾਕੀ ਸਭ ਠੀਕ ਠਾਕ ਆ। ਜੇ ਛੁੱਟੀ ਮਿਲ ਜਾਂਦੀ ਆ ਤਾਂ ਆ ਜਾਈਂ, ਨਹੀਂ ਤਾਂ ਕੋਈ ਗੱਲ ਨਹੀਂ, ਮੈਂ ਸਭ ਕੁਛ ਜਿਹੜਾ ਤੇ ਸਾਂਭ ਲਵਾਂਗੀ। ਯਾਨੀ ਇੰਨੀ ਵੱਡੇ ਜਿਗਰੇ ਵਾਲੀ ਔਰਤ ਜਿਹੜੀ ਹੈ ਇਸ ਕਹਾਣੀ ਦੇ ਵਿੱਚ ਜਿਹੜੀ ਹੈ ਦੱਸੀ ਗਈ ਹੈ। ਤਾਂ ਬੇਟਾ ਇਹ ਸੀ ਕਹਾਣੀ, ਇਸ ਨੂੰ ਵੀ ਰਿਵਾਈਜ਼ ਕਰੋ, ਇਹਨੂੰ ਸਮਝੋ। ਥੈਂਕ ਯੂ।